ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਵੈਲਕਮ ਬੈਕ ਟੂ ਅਨਦਰ ਐਪੀਸੋਡ ਆਫ ਰੋਡ ਟੂ ਮੈਡੀਸਨ। ਪਹਿਲਾਂ ਸ਼ੁਰੂ ਕਰਨ ਤੋਂ ਅਸੀਂ ਸਾਰੀ ਸਿੱਖ ਕੌਮ ਨੂੰ ਨੌਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਅਰਦਾਸ ਕਰਦੇ ਹਾਂ ਸਰਬੱਤ ਤੇ ਭਲੇ ਦੀ ਇਹ ਸੌਖੀ ਘੜੀ ਵਿੱਚ। ਇਹ ਆਪਣੀ ਸ਼ੋਅ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ, ਕਿਉਂਕਿ ਕਾਫੀ ਨੈਗੇਟਿਵਿਟੀ ਫੈਲੀ ਹੋਈ ਆ, ਕਾਫੀ ਕੁਐਸਚਨਸ ਨੇ ਆਪਣੇ ਆਲੇ ਦੁਆਲੇ ਕਿ ਕੀ ਹੋਊਗਾ, ਕੀ ਬਣੂਗਾ ਦੁਨੀਆ ਦਾ। ਸੋ ਜਦੋਂ ਵੀ ਮੇਰੇ ਉੱਪਰ ਕੋਈ ਐਸੀ ਘੜੀ ਆਉਂਦੀ ਜਦੋਂ ਮੈਂ ਕਨਫਿਊਜ਼ਡ ਹੋ ਜਾਂਦਾ ਕਿ ਕਿੱਦਾਂ ਇਹ ਪ੍ਰੋਬਲਮ 'ਚੋਂ ਕਿੱਦਾਂ ਨਿਕਲਾਂ, ਜਿਹੜੀ ਵੀ ਉਸ ਟਾਈਮ 'ਤੇ ਮੈਨੂੰ ਪ੍ਰੋਬਲਮ ਹੋਵੇਗੀ। ਸੋ ਮੈਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇਸ ਟਾਈਮ 'ਤੇ ਜਿੱਦਾਂ ਕਰੋਨਾ ਵਾਇਰਸ ਦਾ ਜੋ ਖੌਫ ਬਣਿਆ ਪਿਆ, ਉਹਨੂੰ ਆਪਾਂ ਕਿੱਦਾਂ ਡੀਲ ਕਰ ਸਕਦੇ ਹਾਂ। ਗੌਰ ਗੋਪਾਲ ਦਾਸ ਆ, ਸੋ ਉਹਨੇ ਇੱਕ ਬਹੁਤ ਸੋਹਣੀ ਕਿਤਾਬ ਉਹਨੇ ਲਿਖੀ ਆ ਅਤੇ ਉਹਦੇ ਵਿੱਚ ਇੱਕ ਚੀਜ਼ ਐਕਸਪਲੇਨ ਕਰਦਾ ਕਿ ਜੇ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਆ ਅਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਕੀ ਕਰੋ, ਸਭ ਤੋਂ ਪਹਿਲਾਂ ਇਹ ਸੋਚੋ ਕੀ ਮੈਂ ਕੁਛ ਕਰ ਸਕਦਾ ਇਹ ਪ੍ਰੋਬਲਮ ਨਾਲ ਡੀਲ ਕਰਨ ਲਈ, ਕਿ ਇਹਦਾ ਕੋਈ ਸਲਿਊਸ਼ਨ ਹੈ ਕਿ ਨਹੀਂ ਹੈ। ਸੋ ਫੋਰ ਇੰਸਟੈਂਸ ਜਿੱਦਾਂ ਕਿ ਕਰੋਨਾ ਵਾਇਰਸ ਆ, ਆਪਾਂ ਨੂੰ ਸਭ ਤੋਂ ਪਹਿਲਾਂ ਕੁਐਸਚਨ ਪੁੱਛਣਾ ਚਾਹੀਦਾ ਕਿ ਕੋਈ ਇਸ ਚੀਜ਼ ਦਾ ਸਲਿਊਸ਼ਨ ਹੈ, ਸੋ ਹੈ ਕਿ ਨਹੀਂ ਹੈ। ਸੋ ਫਸਟ ਆਈ ਵੁੱਡ ਸੇ ਕਿ ਆਬਵੀਅਸਲੀ ਸਲਿਊਸ਼ਨ ਉਹਦਾ ਇਹੋ ਹੀ ਆ ਕਿ ਘਰੇ ਰਹੋ, ਸੋਸ਼ਲ ਡਿਸਟੈਂਸਿੰਗ ਕਰੋ, ਅਤੇ ਜੇ ਤੁਹਾਨੂੰ ਬਾਹਰ ਜਾਣਾ ਪੈਣਾ ਦੈਨ ਟੇਕ ਐਵਰੀ ਪ੍ਰੀਕਾਸ਼ਨ ਜਿਹੜਾ ਤੁਸੀਂ ਪੋਸੀਬਲੀ ਲੈ ਸਕਦੇ ਜੋ, ਭਾਵੇਂ ਉਹ ਹੈਂਡ ਸੈਨੀਟਾਈਜ਼ਰਸ ਆ ਜਾਂ ਫਿਰ ਜਸਟ ਕੀਪਿੰਗ ਡਿਸਟੈਂਸ। ਐਂਡ ਜਦੋਂ ਤੁਸੀਂ ਘਰੇ ਵਾਪਸ ਮੁੜਦੇ ਜੋ ਉਦੋਂ ਵੀ ਆਪਣੇ ਆਪ ਨੂੰ ਪੂਰਾ ਸਾਫ ਸਫਾਈ ਕਰਕੇ ਫਿਰ ਘਰ ਦੇ ਅੰਦਰ ਵੜੋ। ਜਿਹੜੀ ਗਰੋਸਰੀਜ਼ ਆ ਜਿਹੜੇ ਤੁਸੀਂ ਲੈ ਕੇ ਆਉਂਦੇ ਜੋ ਉਹਨੂੰ ਪਹਿਲਾਂ ਮੇਬੀ 2-3 ਦਿਨ ਬਾਹਰ ਰੱਖੋ ਅਤੇ ਪ੍ਰੋਪਰਲੀ ਵਾਸ਼ ਕਰਕੇ ਕਲੀਨ ਕਰਕੇ ਉਹਨਾਂ ਨੂੰ ਅੰਦਰ ਲੈ ਕੇ ਆਓ। ਸੋ ਜੇ ਤੁਸੀਂ ਇਹ ਡਾਇਗਰਾਮ ਯੂਜ਼ ਕਰੋ, ਕੋਈ ਵੀ ਤੁਹਾਡੀ ਪ੍ਰੋਬਲਮ ਹੈ ਇਸ ਟਾਈਮ 'ਤੇ ਆਈ ਥਿੰਕ ਤੁਸੀਂ ਵੀ ਇਹ ਚੀਜ਼ 'ਚੋਂ ਨਿਕਲਣ 'ਚ ਤੁਹਾਨੂੰ ਹੈਲਪ ਕਰੂਗੀ। ਬਾਕੀ ਅੱਜ ਦੇ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਫਿਗਰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਇਸ ਵੇਲੇ ਦੁਨੀਆ ਦੀਆਂ ਜੋ ਕਰੋਨਾ ਵਾਇਰਸ ਦੇ ਉੱਪਰ, ਕਿ ਆਲਮੋਸਟ 12 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾ ਵਾਇਰਸ ਇਸ ਦੁਨੀਆ ਵਿੱਚ ਡਾਇਗਨੋਸ ਹੋ ਚੁੱਕਾ ਹੈ ਅਤੇ ਅਮਰੀਕਾ ਇਸ ਵੇਲੇ ਕਾਫੀ ਅੱਗੇ ਹੈ ਨੰਬਰਸ ਵਿੱਚ। ਐਟਲੀਸਟ ਜਿਹੜੇ ਟੈਸਟਡ ਨੇ ਉਹਨਾਂ ਵਿੱਚੋਂ 3 ਲੱਖ ਤੋਂ ਵੱਧ ਦੀ ਗਿਣਤੀ ਅਮਰੀਕਾ ਵਿੱਚ ਇਕੱਲੇ ਵਿੱਚ ਹੀ ਕ੍ਰੋਸ ਕਰ ਦਿੱਤੀ ਆ। ਐਂਡ ਆਮ ਸ਼ੋਰ ਐਕਚੁਅਲ ਨੰਬਰਸ ਇਹਨਾਂ ਤੋਂ ਕੁਛ ਹੋਰ ਜ਼ਿਆਦਾ ਨੇ। ਵਰਲਡ ਵਾਈਡ ਵੀ ਕਾਫੀ ਸਪੀਡ 'ਤੇ ਇਹ ਵੱਧ ਰਹੀ ਹੈ ਵਾਇਰਸ, ਜਿੱਦਾਂ ਕਿ ਆਪਾਂ ਨੂੰ ਲੱਗਦਾ ਸੀ ਜਾਂ ਆਪਾਂ ਨੂੰ ਪਤਾ ਸੀ। ਅਤੇ ਪਰ ਅਫਸੋਸ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਓਵਰ 65,000 ਪੀਪਲ 60,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਸੋ ਜਿਹੜੇ ਲੋਕ ਕਹਿੰਦੇ ਸੀ ਕਿ ਯਾਰ ਇਹੋ ਫਲੂ ਜਿਹੀ ਆ, ਇਹਦੇ ਲਈ ਵਰੀ ਕਰਨ ਦੀ ਕੋਈ ਲੋੜ ਨਹੀਂ, ਮੈਂ ਵੀ ਸ਼ਾਇਦ ਹੁਣ ਉਹ ਥੋੜ੍ਹੀ ਜਿਹੀ ਜ਼ਿਆਦਾ ਅਟੈਂਸ਼ਨ ਦੇਣਗੇ ਇਸ ਚੀਜ਼ ਨੂੰ। ਬਾਕੀ ਅੱਜ ਦੇ ਸ਼ੋਅ 'ਤੇ ਆਪਾਂ ਥੋੜ੍ਹਾ ਜਿਹੀ ਮੈਡੀਕਲ ਦੀਆਂ ਵੀ ਗੱਲਾਂ ਕਰਾਂਗੇ, ਕਿਉਂਕਿ ਲਾਸਟ ਟਾਈਮ ਜ਼ਿਆਦਾ ਹੀ ਨੋਨ ਮੈਡੀਕਲ ਆਈ ਫੀਲ ਲਾਈਕ ਹੋ ਗਿਆ ਸੀ। ਸੋ ਇਸ ਵੇਲੇ ਕਾਫੀ ਵੱਡਾ ਕੁਐਸਚਨ ਜੋ ਸੁਣਨ ਨੂੰ ਮਿਲ ਰਿਹਾ ਆ, ਖਾਸ ਕਰਕੇ ਸਾਊਥ ਏਸ਼ੀਅਨ ਪਾਪੂਲੇਸ਼ਨ ਵਿੱਚ ਜਿਨ੍ਹਾਂ ਨੂੰ ਡਾਇਬੀਟੀਜ਼ ਆ, ਹਾਈਪਰਟੈਂਸ਼ਨ ਆ, ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੇ ਹਾਈਪਰਟੈਂਸਿਵ ਡਾਇਬੀਟੀਜ਼ ਪੇਸ਼ੈਂਟਸ ਆ ਉਹ ਹਾਇਰ ਰਿਸਕ 'ਤੇ ਆ, ਉਹ ਹਾਇਰ ਰਿਸਕ 'ਤੇ ਆ ਅਤੇ ਉਹਨਾਂ ਦੇ ਵਿੱਚ ਮੌਤ ਵੀ ਜ਼ਿਆਦਾ ਪਾਈ ਜਾਂਦੀ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਔਰ ਕੋਵਿਡ-19 ਹੋ ਜਾਂਦਾ ਆ। ਸੋ ਉਹਦੇ ਉੱਪਰ ਗੱਲ ਕਰਾਂਗੇ। ਬਾਕੀ ਆਪਾਂ ਗੱਲ ਕਰਾਂਗੇ ਕਿ ਮੈਡੀਕੇਸ਼ਨਸ ਜੋ ਕਿ ਇਸ ਵੇਲੇ ਹੌਸਪੀਟਲਸ ਵਿੱਚ ਯੂਜ਼ ਹੋ ਰਹੀਆਂ ਵਾ, ਕਿ ਕੋਈ ਉਹਨਾਂ 'ਚੋਂ ਅਪਰੂਵਡ ਆ ਫॉर particularly fighting coronavirus. Then we will also talk about another thing that's going around is if ਜੇ ਕਿਸੇ ਨੂੰ ਇੱਕ ਵਾਰੀ ਕਰੋਨਾ ਵਾਇਰਸ ਹੋ ਜਾਂਦੀ ਆ ਔਰ they have the COVID-19 disease and ਕੀ ਦੁਬਾਰਾ ਉਹਨਾਂ ਨੂੰ ਹੋ ਸਕਦੀ ਆ, ਔਰ once ਕਿਸੇ ਨੂੰ ਹੋ ਜਾਏ ਤੇ then you're good and you can do ਜੋ ਵੀ ਤੁਹਾਡਾ ਮਨ ਕਰਦਾ। Then we'll talk about the brewing question ਕਿ ਕਿਹਨੂੰ ਬਚਾਈਏ, ਲੋਕਾਂ ਨੂੰ ਕਿ ਆਪਣੀ ਇਕੋਨਮੀ ਨੂੰ। ਸੋ ਆਈ ਥਿੰਕ ਇਹ ਕੁਐਸਚਨ ਕਾਫੀ ਅਮਰੀਕਾ ਵਿੱਚ ਉਛਾਲਿਆ ਜਾ ਰਿਹਾ ਵਾ ਮੀਡੀਆ ਵਿੱਚ, ਸੋ ਆਪਾਂ ਉਹਨੂੰ ਟਰਾਈ ਕਰਾਂਗੇ ਆਨਸਰ ਕਰਨ ਦੀ। ਐਂਡ ਲਾਸਟਲੀ ਜਿਹੜਾ ਕਿ ਮੇਰੇ ਦਿਲ ਦੇ ਕਰੀਬ ਆ ਉਹ ਆ ਕਿ ਆਪਣੇ NRI ਨਾਲ ਜਿਹੜੀ ਟਰੀਟਮੈਂਟ ਹੋ ਰਹੀ ਆ ਪੰਜਾਬ ਵਿੱਚ, ਕਾਫੀ ਬਿਆਨ ਅੱਗੇ ਆਏ ਸੀ ਜਿਨ੍ਹਾਂ ਵਿੱਚ NRIs ਬਾਰੇ ਗਲਤ ਬੋਲਿਆ ਗਿਆ। ਐਂਡ ਇਸ ਤਰ੍ਹਾਂ ਹੀ
ਚਾਈਨਾ ਦੇ ਖਿਲਾਫ ਵੀ ਬਿਆਨ ਆ ਰਹੇ ਨੇ, ਐਂਟੀ ਚਾਈਨੀਜ਼ ਵਾਇਰਸ ਔਰ ਐਂਟੀ ਚਾਈਨਾ ਵਟਐਵਰ। ਸੋ ਉਹ ਉਸ ਟੌਪਿਕ ਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਆਪਣਾ ਮੇਨ ਟੌਪਿਕ ਜਿਹੜਾ ਅੱਜ ਦਾ, ਉਹ ਆ ਕਿ ਹਾਈਪਰਟੈਂਸ਼ਨ, ਡਾਇਬੀਟੀਜ਼, ਜਿਹੜੇ ਪੇਸ਼ੈਂਟਸ ਨੇ ਹਾਈਪਰਟੈਂਸਿਵਸ ਜਾਂ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ, ਉਹਨਾਂ ਦਾ ਕਰੋਨਾ ਵਾਇਰਸ ਦੇ ਨਾਲ ਕਿੱਦਾਂ ਡੀਲ ਕਰਨਾ ਚਾਹੀਦਾ। ਸੋ ਫਸਟ ਥਿੰਗ ਮੈਂ ਤੁਹਾਨੂੰ ਦੱਸਦਾ, ਪਿਛਲੇ ਕੁਛ ਦਿਨਾਂ ਵਿੱਚ, ਹਫ਼ਤਿਆਂ 'ਚ 3 ਸਟੱਡੀਜ਼ ਐਸੀਆਂ ਬਾਹਰ ਨਿਕਲੀਆਂ ਜਿਨ੍ਹਾਂ ਨੇ ਸ਼ੋਅ ਕੀਤਾ, all 3 studies had more than 1,000 patients together. 1000 ਪੇਸ਼ੈਂਟ ਤੋਂ ਵੱਧ ਇਹਨਾਂ 3 ਸਟੱਡੀਜ਼ ਵਿੱਚ ਟੁਗੈਦਰ ਅਸੀਂ ਪਾਏ ਸੀ। ਅਤੇ ਉਹਨਾਂ ਵਿੱਚ ਇਹੋ ਹੀ ਗੱਲ ਬਾਹਰ ਆਉਂਦੀ ਹੈ ਕਿ ਜੇ ਤੁਹਾਨੂੰ ਡਾਇਬੀਟੀਜ਼ ਆ, ਜਾਂ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਮੇਰਾ ਮਤਲਬ, ਜਾਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਜਾਂ ਤੁਹਾਨੂੰ ਕੋਈ ਦਿਮਾਗੀ ਦੌਰਾ ਕਦੀ ਪਿਆ ਵਾ, ਮਤਲਬ ਕਿ ਸਟ੍ਰੋਕ ਜਿਹਨੂੰ ਕਿਹਾ ਜਾਂਦਾ, ਉਹ ਇਹਨਾਂ ਤਿੰਨਾਂ 'ਚੋਂ ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਦੈਨ ਯੂ ਬਿਕਮ, ਤੁਹਾਡਾ ਰਿਸਕ ਹਾਇਰ ਹੋ ਜਾਂਦਾ ਕਿ ਤੁਸੀਂ ਕਰੋਨਾ ਵਾਇਰਸ ਤੋਂ, ਪਹਿਲੀ ਗੱਲ ਤਾਂ ਮਰਨ ਦੇ ਚਾਂਸਿਸ ਵੱਧ ਜਾਂਦੇ ਆ। ਦੂਜੀ ਗੱਲ, ਜੇ ਤੁਹਾਨੂੰ ਕਰੋਨਾ ਵਾਇਰਸ ਹੁੰਦੀ ਹੈ, COVID-19 ਡਿਜ਼ੀਜ਼ ਹੁੰਦਾ ਵਾ, ਦੈਨ ਯੂ ਆਰ ਮੋਰ ਲਾਈਕਲੀ ਟੂ ਐਂਡ ਅਪ ਇਨ ਦਾ ICU ਔਨ ਅ ਵੈਂਟੀਲੇਟਰ, ਕਿ ਤੁਹਾਨੂੰ ਹਾਇਰ ਕੇਅਰ ਦੀ ਲੋੜ ਪਵੇਗੀ ਜੇ ਤੁਸੀਂ ਹੌਸਪਿਟਲਾਈਜ਼ ਹੁੰਦੇ ਜੋ। ਸੋ ਜੇ ਆਬਵੀਅਸਲੀ ਇਹ ਕੰਸਰਨ ਆ। ਸੋ ਬਟ ਹੁਣ ਆਪਾਂ ਨੂੰ ਵੀ ਪਤਾ ਕਿ ਆਪਣੀ ਸਾਊਥ ਏਸ਼ੀਅਨ ਪਾਪੂਲੇਸ਼ਨਸ ਵਿੱਚ ਡਾਇਬੀਟੀਜ਼ ਅਤੇ ਹਾਈਪਰਟੈਂਸ਼ਨ ਬਹੁਤ ਹੀ ਜ਼ਿਆਦਾ ਕਾਮਨ ਹੈ, ਜਿੱਦਾਂ ਆਪਾਂ ਆਪਣੀਆਂ ਪੁਰਾਣੀਆਂ ਐਪੀਸੋਡਸ ਵਿੱਚ ਡਿਸਕਸ ਕੀਤਾ। ਸੋ ਮੈਂ ਤੁਹਾਨੂੰ ਵਾਰਨਿੰਗ ਦਿੰਦਾ ਵਾਂ ਕਿ ਹਾਂ, ਤੁਸੀਂ ਹਾਈ ਰਿਸਕ 'ਤੇ ਹੋ, ਬਟ ਤਾਂ ਵੀ ਮੈਂ ਤੁਹਾਨੂੰ ਇਹੋ ਕਹੂੰਗਾ ਕਿ ਜੇ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰ ਲੈਂਦੇ ਜੋ, ਜਿੱਦਾਂ ਆਪਾਂ ਗੱਲ ਕਰਦੇ ਸਾਂ, ਬਲੱਡ ਪ੍ਰੈਸ਼ਰ ਗੋਲ ਸ਼ੁੱਡ ਬੀ, ਤੁਹਾਡਾ ਬਲੱਡ ਪ੍ਰੈਸ਼ਰ 120 130 ਤੋਂ ਥੱਲੇ ਹੋਣਾ ਚਾਹੀਦਾ, ਅਤੇ ਤੁਹਾਡੀ ਜਿਹੜੀ ਸ਼ੂਗਰ ਆ, ਜੇ HbA1c ਆ, ਅਤੇ ਉਹਨੂੰ 7.0 ਤੋਂ ਥੱਲੇ ਹੋਣਾ ਚਾਹੀਦੇ ਆ, ਅਤੇ ਜਾਂ ਜ਼ਿਆਦਾ ਕਿ ਜ਼ਿਆਦਾ 7.5। ਸੋ ਜੇ ਤੁਸੀਂ ਆਪਣੀਆਂ ਹਜੇ ਵੀ ਪ੍ਰੋਪਰ ਮੈਡੀਕੇਸ਼ਨ ਸ਼ੁਰੂ ਕਰ ਦਿੰਦੇ ਜੋ, whether you're taking amlodipine, ACE inhibitors, whatever you're supposed to take, ਜੋ ਵੀ ਤੁਹਾਨੂੰ ਮੈਡੀਕੇਸ਼ਨਸ ਡਾਕਟਰ ਨੇ ਪ੍ਰਸਕ੍ਰਾਈਬ ਕੀਤੀਆਂ ਨੇ, ਤਾਂ ਮੈਂ ਸੁਜੈਸਟ ਕਰੂੰਗਾ ਤੁਸੀਂ ਆਪਣੀਆਂ ਮੈਡੀਕੇਸ਼ਨਸ ਰੈਗੂਲਰਲੀ ਲਓ। ਬਿਕਾਜ਼ ਜੇ ਤੁਸੀਂ ਆਪਣਾ ਬਲੱਡ ਸ਼ੂਗਰ ਕੰਟਰੋਲ ਕਰਦੇ ਜੋ, ਜੇ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਕਰਦੇ ਜੋ, ਦੈਨ ਉਹ ਤੁਹਾਡੇ ਜਿਹੜੇ ਚਾਂਸਿਸ ਨੇ, ਮਤਲਬ ਕਿ ਵੈਦਰ ਤੁਸੀਂ ਐਂਡ ਅਪ, ਤੁਹਾਡੀ ਮੋਰਟੈਲਿਟੀ ਦਾ ਰਿਸਕ, ਜਿਵੇਂ ਡੈਥ ਦਾ ਰਿਸਕ, ਮੌਤ ਦਾ ਰਿਸਕ ਆਬਵੀਅਸਲੀ ਘੱਟ ਜਾਂਦਾ। ਸੋ ਮੈਂ ਇਹੋ ਕਹੂੰਗਾ ਫਿਰ ਆਪਣੀ ਉਹੀ ਚੀਜ਼ 'ਤੇ ਕਿ ਐਕਸਰਸਾਈਜ਼ ਜ਼ਰੂਰ ਕਰੋ। ਮੈਨੂੰ ਪਤਾ ਤੁਸੀਂ ਕਮਰਿਆਂ ਵਿੱਚ ਬੰਦ ਜੋ, ਘਰਾਂ 'ਚ ਬੰਦ ਜੋ, ਅਤੇ ਫਿਰ ਵੀ ਆਪਣਾ ਟਾਈਮ ਲਓ ਕਿ ਜ਼ਰੂਰ ਇੱਕ ਰੂਟੀਨ ਬਣਾਓ ਜਿਹਦੇ ਵਿੱਚ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ। ਤੁਸੀਂ ਆਪਣੀ ਡਾਈਟ ਨੂੰ ਜ਼ਰੂਰ ਕੰਟਰੋਲ ਕਰੋ। ਜੇ ਹਾਈ ਪੋਟੈਸੀਅਮ ਡਾਈਟ ਖਾਣ ਦੀ ਕੋਸ਼ਿਸ਼ ਕਰੋ, ਲੋ ਸਾਲਟ, ਸ਼ੂਗਰ, ਆਪਣਾ ਸਾਲਟ ਲੈਵਲ ਤੁਹਾਡੀ ਰੋਟੀ ਵਿੱਚ ਘੱਟ ਹੋਣਾ ਚਾਹੀਦਾ। ਸੋ ਇਹ ਕੁਛ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ। ਬਾਕੀ ਫਿਕਰ ਕਰਕੇ, ਅਤੇ ਅਗੇਨ ਉਹ ਗੌਰਗੋਪਾਲ ਦਾਸ ਦੀ ਪਿਕਚਰ ਵੱਲ ਮੈਂ ਚੱਲ ਜਾਂਦਾ ਕਿ ਜਿਹੜੀ ਤੁਹਾਡੀ ਡਾਇਬੀਟੀਜ਼ ਆ, ਤੁਹਾਡੀ ਹਾਈਪਰਟੈਂਸ਼ਨ, ਉਹਨੂੰ ਤੁਸੀਂ ਦੂਰ ਨਹੀਂ ਕਰ ਸਕਦੇ, ਪਰ ਉਹਨੂੰ ਤੁਸੀਂ ਕੰਟਰੋਲ ਕਰ ਸਕਦੇ ਜੋ। ਬਾਕੀ ਜਿੱਦਾਂ ਪ੍ਰੀਕਾਸ਼ਨਸ ਲਓ। ਸੋ ਐਂਡ ਦੈਨ ਜਸਟ ਬਾਕੀ ਰੱਬ 'ਤੇ ਛੱਡ ਦਿਓ। ਸੋ ਆਪਣਾ ਜਿਹੜਾ ਕੰਮ ਆ ਉਹ ਕਰੋ, ਅਤੇ ਜਿਹੜਾ ਕੰਮ ਤੁਹਾਡੇ ਹੱਥ 'ਚ ਨਹੀਂ ਆ ਉਹਨੂੰ ਰੱਬ 'ਤੇ ਛੱਡ ਦਿਓ। ਬਾਕੀ ਮੈਂ ਇਹ ਚੀਜ਼ ਜ਼ਰੂਰ ਇੱਕ ਤੁਹਾਨੂੰ ਕਹਿਣਾ ਚਾਹੂੰਗਾ, ਉਹ ਇਹ ਆ ਕਿ ਜਿਹੜੀ ਤੁਹਾਡੇ ਫੈਮਿਲੀ ਆ, ਜੇ ਤੁਹਾਡੇ ਐਲਡਰਸ ਆ ਹਾਊਸ ਹੋਲਡ ਵਿੱਚ, ਇੱਥੇ ਅਮਰੀਕਾ ਜਾਂ ਕੈਨੇਡਾ ਜਾਂ ਇੰਡੀਆ ਵਿੱਚ, ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਦੱਸੋ ਕਿ ਤੁਹਾਡੇ ਜੇ ਡਾਇਬੈਟਿਕਸ ਜੇ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਆ, ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਦੈਨ ਮੇਕ ਸ਼ੋਰ ਕਿ ਤੁਸੀਂ ਆਪਣਾ ਪੂਰਾ ਟਾਈਮ ਲਾ ਕੇ ਇਸ ਚੀਜ਼ਾਂ ਨੂੰ ਕੰਟਰੋਲ ਵਿੱਚ ਲੈ ਕੇ ਆਓ। ਹੁਣ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਮੈਂ ਇਹ ਵੀ ਕਹਾਂਗਾ ਕਿ ਜੇ ਹੋ ਸਕਦਾ ਹੋਵੇ ਤਾਂ ਟਰਾਈ ਟੂ ਗੈਟ ਕਿ 3 ਕੁ ਮਹੀਨੇ ਦੀਆਂ ਦਵਾਈਆਂ ਆਪਣੇ ਪੋਜੈਸ਼ਨ ਵਿੱਚ, ਬਲੱਡ ਪ੍ਰੈਸ਼ਰ ਦੀਆਂ ਅਤੇ ਸ਼ੂਗਰ ਦੀਆਂ, ਕਿਉਂਕਿ ਕੁਛ ਕਹਿ ਨਹੀਂ ਸਕਦੇ ਕਿ ਕਿੱਧਰ ਮਾਹੌਲ ਚੇਂਜ ਹੋ ਜਾਣਾ, ਖਾਸ ਕਰਕੇ ਇੰਡੀਆ ਵਿੱਚ। ਸੋ ਜੇ ਤੁਹਾਡੇ ਰਿਲੇਟਿਵਸ ਆ, ਉਹਨਾਂ ਨੂੰ ਜ਼ਰੂਰ ਕਹੋ ਕਿ 3 ਕੁ ਮਹੀਨੇ ਦੀਆਂ ਬਲੱਡ ਪ੍ਰੈਸ਼ਰ ਦੀਆਂ ਅਤੇ ਸ਼ੂਗਰ ਦੀਆਂ ਗੋਲੀਆਂ ਆਪਣੇ ਕੋਲ ਜ਼ਰੂਰ ਰੱਖਣ। ਬਾਕੀ ਇਸ ਚੀਜ਼ ਦੇ ਉੱਪਰ ਅਸੀਂ ਆਪਣੇ ਜਿਹੜੇ ਲੋਕਲ ਕਾਊਂਟਰ ਪਾਰਟਸ ਆ ਇੰਡੀਆ ਵਿੱਚ, ਉਹਨਾਂ ਨੂੰ ਵੀ ਵਾਰਨ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੀਆਂ ਔਰਗਨਾਈਜੇਸ਼ਨ ਆ ਇੱਥੇ ਚੰਗਾ ਕੰਮ ਕਰ ਰਹੀਆਂ, ਜਿੱਦਾਂ NRIs ਆ, ਜਿਹੜੇ ਲੰਗਰ ਲਾ ਰਹੇ ਨੇ, ਉਹਨਾਂ ਨੂੰ ਇਹ ਚੀਜ਼ ਅਸੀਂ ਕਹਿੰਦੇ ਹਾਂ ਕਿ ਜ਼ਰੂਰ ਦਵਾਈਆਂ ਦਾ ਵੀ ਧਿਆਨ ਰੱਖੋ। ਕਿਉਂਕਿ ਤੁਸੀਂ ਸੋਚੋ, ਜਿਹੜੇ ਡੇਲੀ ਵੇਜਰਸ ਆ ਪੰਜਾਬ ਵਿੱਚ, ਜਿਹੜੇ ਡੇ ਟੂ ਡੇ ਕੰਮ ਕਰਦੇ ਆ,
ਉਹਨਾਂ ਨੂੰ ਹੁਣ ਇਹ ਇੱਕ ਉਹਨਾਂ ਦੇ ਅੱਗੇ ਘੜੀ ਆ ਜਾਣੀ ਆ ਕਿ ਉਹ ਦਵਾਈ ਲੈਣ ਕਿ ਉਹ ਰੋਟੀ ਲੈਣ। ਸੋ ਆਬਵੀਅਸਲੀ ਉਹਨਾਂ ਨੇ ਰੋਟੀ ਚੂਜ਼ ਕਰਨੀ ਆ, ਪਰ ਹੁਣ ਤੁਸੀਂ ਆਪੇ ਹੀ ਸੋਚੋ ਜੇ ਕਿ ਜੇ ਉਹਨਾਂ ਨੇ ਰੋਟੀ ਚੂਜ਼ ਕੀਤੀ ਤੇ ਦਵਾਈ ਨਾ ਲਈ, ਦੈਨ ਉਹਨਾਂ ਦੇ ਉੱਪਰ ਕਿੱਡਾ ਵੱਡਾ ਰਿਸਕ ਪੈਣਾ। ਸੋ ਆਈ ਥਿੰਕ ਚਲੋ ਰੱਬ ਕਰੇ ਉਹ ਘੜੀ ਨਾ ਆਵੇ ਕਿ ਜਿੱਥੇ ਉਹਨਾਂ ਨੂੰ ਇਹ ਚੀਜ਼ ਚੂਜ਼ ਕਰਨੀ ਪਵੇ, ਪਰ ਆਪਣੇ ਪਿੰਡਾਂ ਵਿੱਚ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖਿਓ ਕਿ ਹੋ ਸਕਦਾ ਤੁਹਾਡੇ ਪਿੰਡ ਵਾਲਿਆਂ ਨੂੰ ਤੁਹਾਡੀ ਕਦੀ ਲੋੜ ਪਵੇ ਇਸ ਚੀਜ਼ ਦੇ ਉੱਪਰ, ਸਰਕਾਰ ਦੀ ਲੋੜ ਪਊਗੀ, ਤੇ ਜਿੱਥੇ ਸਰਕਾਰ ਨਾ ਸਟੈਪ ਇਨ ਕਰ ਸਕੇ ਉੱਥੇ ਸ਼ਾਇਦ ਆਰਗੇਨਾਈਜੇਸ਼ਨਸ ਦੀ ਲੋੜ ਪਵੇ ਇਸ ਚੀਜ਼ ਦੇ ਉੱਪਰ ਹੈਲਪ ਕਰਨ ਦੀ। ਬਾਕੀ ਮੈਂ ਇੱਕ ਚੀਜ਼ ਦੀ ਛੋਟੀ ਜਿਹੀ ਵਾਰਨਿੰਗ ਦੇਣਾ ਚਾਹੁੰਦਾ, ਕਿਉਂਕਿ ਕਾਫੀ ਮੀਡੀਆ ਦੇ ਵਿੱਚ ਇੱਕ ਗੱਲ ਚੱਲ ਰਹੀ ਆ ACE2 ਇਨਹਿਬਿਟਰ ਜਿਹੜੇ ਰਿਸੈਪਟਰਸ ਆ, ACE2 ਰਿਸੈਪਟਰਸ ਆ, ਉਹਨਾਂ ਦੇ ਉੱਪਰ ਕਿ ਜਿਹੜੇ ਲੋਕ ACE ਇਨਹਿਬਿਟਰਸ ਡਰਗ ਪਰਟੀਕੂਲਰਲੀ ਲੈਂਦੇ ਆ ਕਿ ਉਹ ਸ਼ਾਇਦ ਹਾਇਰ ਰਿਸਕ ਤੇ ਹੋਣ ਇਸ ਟਾਈਮ ਤੇ। ਮੈਂ ਕਲੀਅਰਲੀ ਦੱਸਦਾ ਕਿ ਅਮਰੀਕਨ ਹਾਰਟ ਐਸੋਸੀਏਸ਼ਨ ਨੇ, ਅਮਰੀਕਾ ਦੇ ਟੌਪ ਕਾਰਡੀਓਲੋਜਿਸਟ ਨੇ ਬਹਿ ਕੇ ਇਹ ਚੀਜ਼ਾਂ ਸਟੱਡੀ ਕੀਤੀਆਂ ਨੇ ਐਸ ਫਾਰ ਐਸ ਜਿਹੜੀਆਂ ਉਹ ਪੇਪਰਸ ਨੇ, ਤੇ ਉਹਨਾਂ ਤੋਂ ਅਸੀਂ ਹਜੇ ਤੱਕ ਕੋਈ ਐਸੀ ਫਾਈਂਡਿੰਗ ਨਹੀਂ ਕੀਤੀ ਜਿਹ 'ਤੇ ਅਸੀਂ ਕਹਿ ਸਕੀਏ ਕਿ ਪੇਸ਼ੈਂਟਸ ਨੂੰ ਕਿ ਤੁਸੀਂ ਆਪਣੇ ACE ਇਨਹਿਬਿਟਰ ਜਿਹੜੇ ਲੋਕ ਲੈਂਦੇ ਨੇ, ਖਾਸ ਕਰਕੇ ਜਿਹੜੇ ਡਾਇਬੈਟਿਕਸ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਕਿ ਤੁਸੀਂ ਬੰਦ ਕਰ ਦਿਓ। ਸੋ ਪਲੀਜ਼ ਫॉर ਨਾਓ ਜੇ ਤੁਸੀਂ ACE ਇਨਹਿਬਿਟਰ ਲੈਂਦੇ ਜੋ ਤੇ ਲੈਂਦੇ ਰਹੋ। ਜੇ ਤੁਹਾਡਾ ਮਨ ਆ ਬੰਦ ਕਰਨ ਦਾ, ਦੈਨ ਪਲੀਜ਼ ਆਪਣੇ ਆਪ ਨਾਲ ਬੰਦ ਕਰਿਓ, ਆਪਣੇ ਡਾਕਟਰ ਨਾਲ ਗੱਲ ਕਰਕੇ ਫਿਰ ਹੀ ਬੰਦ ਕਰਿਓ। ਸੋ ਇਹ ਸੀ ਮੇਰਾ ਛੋਟਾ ਜਿਹਾ, ਮੈਂ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਵੀ ਡਾਇਬੀਟੀਜ਼ ਹੈ ਨਾ, ਉਹਨਾਂ ਨਾਲ ਵੀ ਇਹ ਕੁਐਸਚਨ ਆਨਸਰ ਸਾਡੇ ਮੇਰੇ ਚੱਲਦੇ ਰਹਿੰਦੇ ਆ। ਸੋ ਆਈ ਥੋਟ ਕਿ ਇਹ ਚੀਜ਼ ਮੈਂ ਕਮਿਊਨਿਟੀ ਵਿੱਚ ਵੀ ਬ੍ਰਿੰਗ ਅਪ ਜ਼ਰੂਰ ਕਰਾਂ, ਕਿਉਂਕਿ ਆਬਵੀਅਸਲੀ ਜਦੋਂ ਆਪਣੀ ਏਜ ਆਪਾਂ ਉਮਰ ਵੱਧਦੀ ਆ ਤੇ ਆਪਣੀਆਂ ਕੋਮੋਰਬਿਡਿਟੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਹੋਰ ਆਪਣੀਆਂ ਪ੍ਰੋਬਲਮਸ ਨਾਲ ਵੱਧਦੀਆਂ ਜ਼ਰੂਰ ਆ। ਤੇ ਕਰੋਨਾ ਵਾਇਰਸ ਦੀਆਂ ਜਿੰਨੀਆਂ ਵੀ ਸਟੱਡੀ ਆ ਉਹਦੇ ਵਿੱਚ ਇਹ ਜ਼ਰੂਰ ਆਇਆ ਕਿ ਜਿੰਨੀਆਂ ਤੁਹਾਡੇ ਹੋਰ ਪ੍ਰੋਬਲਮਸ ਆ ਉਨੇ ਹੀ ਤੁਹਾਡੇ ਚਾਂਸਿਸ ਵੱਧ ਜਾਂਦੇ ਆ ਬੈਡ ਆਊਟਕਮਸ ਦੇ, ਮਾੜੀਆਂ ਆਊਟਕਮਸ ਦੇ ਵੱਲ ਜਾਣ ਦੇ। ਸੋ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਸਾਂ ਕਿ ਹਾਂ ਇਹ ਗੱਲ ਸਹੀ ਆ, ਪਰ ਜੇ ਆਪਾਂ ਆਪਣੇ ਜਿਹੜੀਆਂ ਉਹ ਬਿਮਾਰੀਆਂ ਵਾ ਉਹਨਾਂ ਨੂੰ ਕੰਟਰੋਲ ਕਰ ਲਈਏ ਤੇ ਸ਼ਾਇਦ ਆਪਾਂ ਉਧਰਲੇ ਬੰਨੇ ਨਾ ਘਟ ਜਾਈਏ। ਦੂਜੀ ਗੱਲ ਜਿਹੜੀ ਆਪਣੀ ਮੈਡੀਕੇਸ਼ਨਸ ਦੀ ਇਸ ਵੇਲੇ ਜਿਹੜੀ ਚੱਲ ਰਹੀਆਂ ਨੇ ਮਾਰਕੀਟ ਵਿੱਚ, ਦ ਮੋਸਟ ਬਿਗੇਸਟ ਮੈਡੀਕੇਸ਼ਨ that you're hearing about ਜਿਹੜੀ ਤੁਹਾਨੂੰ ਸੁਣਨ ਨੂੰ ਮਿਲਦੀ ਆ ਉਹ ਆ ਹਾਈਡਰੋਕਸੀਕਲੋਰੋਕੁਇਨ, ਜਿਹਦੇ ਉੱਪਰ ਮੋਦੀ ਤੇ ਟਰੰਪ ਦੀ ਕੋਈ ਬਿਆਨ ਵੀ ਆਇਆ ਸੀ, ਟਰੰਪ ਨੇ ਪਹਿਲਾਂ ਵੀ ਕਹਿ ਦਿੱਤਾ। ਸੋ ਮੈਂ ਕਲੀਅਰਲੀ ਕਹਿਣਾ ਚਾਹੁੰਦਾ ਹਾਂ ਕਿ ਹਜੇ ਤੱਕ ਕੋਈ ਵੀ ਦਵਾਈ ਐਸੀ ਨਹੀਂ ਆਈ ਜਿਹੜੀ ਪ੍ਰੂਵਨ ਆ, ਕਲੀਅਰਲੀ ਪ੍ਰੂਵਨ ਆ ਐਸ ਫਾਰ ਐਸ ਫੈਕਟਸ ਕਿ ਇਹ ਦਵਾਈ ਕੰਮ ਕਰਦੀ ਆ। ਸੋ ਜਿੱਦਾਂ ਕਿ ਵੀ ਵਾਇਰਸ ਹੁਣ ਜਿੱਦਾਂ ਕਰੋਨਾ ਵਾਇਰਸ ਆ, ਉਹਨੇ ਆਪਣੇ ਅੰਦਰ ਇੱਕ ਥਾਂ ਬਣਾ ਲਈ ਆ, ਆਪਣੀ ਜਿਹੜੀ ਬਾਡੀ ਆ ਉਹਦੇ ਲਈ ਇੱਕ ਵਧੀਆ ਐਟਮੋਸਫੀਅਰ ਕ੍ਰੀਏਟ ਹੋ ਗਿਆ ਵਾ ਕਿ ਵਾਇਰਸ ਆਪਣੇ ਅੰਦਰ ਜਾ ਕੇ ਵਧੀਆ ਰਹਿਣ ਦੀ ਆ, ਉਹਨੂੰ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਪਾਸ ਹੋਣ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਸੋ ਜਦੋਂ ਅਸੀਂ ਦਵਾਈ ਬਣਾਉਂਦੇ ਆ, ਉਹ ਦਵਾਈ ਐਂਟੀਵਾਇਰਲ ਜਿਹਨੂੰ ਕਹਿ ਦਿੰਦੇ ਆ, ਉਹ ਇਸ ਚੀਜ਼ ਦੇ ਉੱਪਰ ਹੀ ਕੰਮ ਕਰੂਗੀ ਕਿ ਜਿਹੜੀ ਉਹ এনवायरमेंट ਆਪਣੇ ਅੰਦਰ ਬਣ ਗਈ ਆ ਵਿਦਆਊਟ ਸਾਨੂੰ ਪ੍ਰੋਬਲਮ ਦੇਣ ਦੀ ਬਜਾਏ ਉਹ ਵਾਇਰਸ ਲਈ ਐਸੀ এনवायरमेंट ਬਣ ਜੇ ਕਿ ਉਹ ਉੱਦਾਂ ਰੈਪਲੀਕੇਟ ਨਾ ਹੋ ਸਕੇ। ਸੋ ਸਮ ਦਾ ਵੇਜ਼ ਜਿੱਦਾਂ ਅਸੀਂ ਉਹ ਦਵਾਈ ਨੂੰ ਬਣਾਵਾਂਗੇ ਕਿ ਇੱਕ ਜਿਹੜਾ ਆਪਣਾ ਅੰਦਰਲਾ ਐਸਿਡ ਬੇਸ ਬੈਲੈਂਸ ਆ ਉਹ ਥੋੜ੍ਹਾ ਜਿਹਾ ਚੇਂਜ ਕਰ ਦਈਏ, ਜਾਂ ਕਿ ਜਿੱਥੇ ਜਾ ਕੇ ਵਾਇਰਸ ਨੇ ਜਾ ਕੇ ਅਟੈਚ ਹੋਣਾ ਸੀ ਉਹਨੂੰ ਬਦਲ ਦਈਏ, ਜਾਂ ਉਹਨੂੰ ਕਿਸੇ ਚੀਜ਼ ਦੇ ਨਾਲ ਬਲੌਕ ਕਰ ਦਈਏ ਕਿ ਵਾਇਰਸ ਅੰਦਰ ਨਾ ਜਾ ਸਕੇ, ਜਾਂ ਆਪਾਂ ਐਂਟੀਬਾਡੀਜ਼ ਆਪਣੇ ਅੰਦਰ ਕ੍ਰੀਏਟ ਕਰ ਦਈਏ ਜਿਹੜੀਆਂ ਵਾਇਰਸ ਨੂੰ ਅਟੈਕ ਕਰਨ। ਸੋ these are some of the ways that we're looking to do, but ਹਜੇ ਤੱਕ ਕੋਈ ਵੀ ਐਸੀ ਦਵਾਈ ਨਹੀਂ ਹੈ ਜਿਹਨੂੰ ਅਸੀਂ ਕਲੀਅਰਲੀ ਕਹਿ ਸਕੀਏ ਕਿ ਅਸੀਂ ਇਹਨੂੰ ਪ੍ਰੂਵ ਕਰ ਰਹੇ ਹਾਂ ਜਾਂ ਇਹ ਵਰਕ ਕਰ ਰਹੀ ਆ। ਸਟੱਡੀਜ਼ ਚੱਲ ਰਹੀਆਂ ਨੇ, ਇੱਦਾਂ ਜਦੋਂ ਕੋਈ ਹਸਪੀਟਲ 'ਚ ਜਾਵੇਗਾ ਉਹਨੂੰ ਉਹਦੇ ਉੱਪਰ ਕਾਫੀ ਮੈਡੀਕੇਸ਼ਨਸ ਦੇ ਵਿੱਚ ਉੱਤੇ ਅਪਲਾਈ ਕਰਾਂਗੇ, ਬਟ ਦੇ ਆਲ ਸਾਰੀਆਂ ਹਜੇ ਸਟੱਡੀ ਮੈਡੀਕੇਸ਼ਨਸ ਆ, ਕੁਛ ਦੇ ਉੱਪਰ ਵੀ ਪ੍ਰੂਵ ਨਹੀਂ ਆ। ਐਂਡ ਮੈਂ ਇਹ ਚੀਜ਼ ਬਹੁਤ ਕਲੀਅਰਲੀ ਤੁਹਾਨੂੰ ਦੱਸਣਾ ਚਾਹੁੰਦਾ ਬਿਕਾਜ਼ ਜਦੋਂ ਵੀ ਆਪਣਾ ਹਿਊਮਨ ਮਾਈਂਡ ਐਂਗਜ਼ਾਈਟੀ ਜਾਂ ਕਿਸੇ ਡਿਪਰੈਸ਼ਨ ਜਾਂ ਕਿਸੇ ਬਿਮਾਰੀ ਨਾਲ ਡੀਲ ਕਰ ਰਿਹਾ ਹੁੰਦਾ, ਉਦੋਂ ਆਪਣਾ ਕਾਮਨ ਟੈਂਡੈਂਸੀ ਹੈ ਕਿ ਅਸੀਂ ਸ਼ਾਰਟਕਟਸ ਵੱਲ ਜਾਂਦੇ ਹਾਂ, ਜਾਦੂ ਟੂਣੀਆਂ ਵੱਲ ਜਾਂਦੇ ਹਾਂ, ਪੁੜੀਆਂ ਵੱਲ ਜਾਂਦੇ ਹਾਂ, ਐਸੀਆਂ ਚੀਜ਼ਾਂ ਵੱਲ ਜਾਂਦੇ ਹਾਂ ਜਿਹੜੇ ਆਪਾਂ ਨੂੰ ਕੁਇਕ ਰਿਲੀਫ ਦਿੰਦੀਆਂ ਨੇ। ਪਰ ਮੈਂ ਤੁਹਾਨੂੰ ਕਲੀਅਰਲੀ ਕਹੂੰਗਾ ਕਿ ਜਿਹੜੀ ਸਾਇੰਸ ਨੇ ਹਜੇ ਤੱਕ ਇਹੋ ਹੀ ਕਿਹਾ ਕਿ ਕੋਈ ਵੀ ਬਿਮਾਰੀ ਆ ਉਹਨੂੰ ਡੀਲ ਕਰਨ ਲਈ ਟਾਈਮ ਲੱਗਦਾ, ਕੋਈ ਵੀ ਕੁਇਕ ਫਿਕਸ ਨਹੀਂ ਹੁੰਦਾ ਸਾਇੰਸ ਵਿੱਚ, ਨਾ ਰਿਸਰਚ ਵਿੱਚ ਨਾ ਮੈਡੀਸਨ ਵਿੱਚ। ਸੋ ਪਲੀਜ਼ ਜਾਦੂ ਟੂਣੀਆਂ ਵਿੱਚ ਨਾ ਵੜਿਓ,
ਆ ਜਿਹੜੇ ਔਂਟ ਖਟੋਰ ਮਤਲਬ ਕਿ ਜਿਹੜੀਆਂ ਚੀਜ਼ਾਂ ਲੋਕ ਕਹਿ ਰਹੇ ਨੇ ਉਹਨਾਂ ਤੋਂ ਦੂਰ ਰਹੋ। ਸੋ ਕਲੀਅਰਲੀ ਹਜੇ ਤੱਕ ਕੋਈ ਵੀ ਐਸੀ ਦਵਾਈ ਨਹੀਂ ਆ। ਲਾਸਟ ਥਿੰਗ ਬਿਫੋਰ ਆਪਣੇ ਬ੍ਰੇਕ ਤੋਂ ਬਾਅਦ ਪਹਿਲਾਂ ਜਿਹੜੀ ਮੈਂ ਕਵਰ ਕਰਨਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਕਰੋਨਾ ਵਾਇਰਸ ਔਰ ਕੋਵਿਡ ਡਿਜ਼ੀਜ਼ ਇੱਕ ਵਾਰੀ ਹੋ ਜਾਂਦਾ ਕੀ ਦੁਬਾਰਾ ਤੁਹਾਨੂੰ ਹੋ ਸਕਦਾ ਹੈ। ਸੋ ਇਹ ਚੀਜ਼ ਦੇ ਉੱਪਰ ਵੀ ਕਾਫੀ ਡਿਸਕਸ਼ਨ ਚੱਲ ਰਹੀਆਂ ਹੈ, ਪਰ ਮੈਂ ਕਲੀਅਰਲੀ ਇੱਕ ਇਹ ਚੀਜ਼ ਤੁਹਾਨੂੰ ਦੱਸਦਾ ਕਿ ਹਜੇ ਤੱਕ ਐਸੀ ਕੋਈ ਵੀ ਗੱਲ ਨਹੀਂ ਆ। ਮਤਲਬ ਕਿ ਅਸੀਂ ਕਲੀਅਰਲੀ ਨਹੀਂ ਕਹਿ ਸਕਦੇ ਹਜੇ ਕਿ ਜੇ ਤੁਹਾਨੂੰ ਇੱਕ ਵਾਰੀ ਹੋ ਜੇ ਤੇ ਤੁਸੀਂ ਰਿਕਵਰ ਕਰ ਜਾਓ ਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਦੁਬਾਰਾ ਨਾ ਹੋ ਸਕੇ। ਫੋਰ ਇੰਸਟੈਂਸ ਜਾਪਾਨ ਵਿੱਚ ਇੱਕ ਕੇਸ ਅੱਗੇ ਆਇਆ ਸੀ ਜਿੱਥੇ ਇੱਕ ਜਨਾਨੀ ਨੇ ਰਿਕਵਰੀ ਕਰ ਲਈ ਸੀ ਕਰੋਨਾ ਵਾਇਰਸ ਤੋਂ ਔਰ ਕੋਵਿਡ-19 ਤੋਂ, ਪਰ ਦੈਨ ਵੀ ਉਹਦੇ ਵਿੱਚ ਜਦੋਂ ਉਹਨੂੰ ਫਿਰ ਰੀਟੈਸਟ ਕੀਤਾ ਤਾਂ ਉਹਨੂੰ ਪੋਜ਼ਿਟਿਵ ਪਾਇਆ ਗਿਆ। ਸੋ ਯੈਸ, ਜੇ ਤੁਸੀਂ ਕੋਈ ਵੀ ਵਾਇਰਸ ਜਾਂ ਵਾਇਰਲ ਇਨਫੈਕਸ਼ਨ ਤੋਂ ਬਾਅਦ ਥੋੜ੍ਹੀ ਦੇਰ ਲਈ ਤੁਹਾਨੂੰ ਅਸੀਂ ਸਮਝਦੇ ਹਾਂ ਕਿ ਇਮਿਊਨਿਟੀ ਹੁੰਦੀ ਆ, ਸ਼ਾਰਟ ਟਰਮ ਇਮਿਊਨਿਟੀ ਹੁੰਦੀ ਆ, ਪਰ ਕੀ ਉਹ ਕਰੋਨਾ ਵਾਇਰਸ ਔਰ ਕੋਵਿਡ-19 ਦੇ ਵਿੱਚ ਵੀ ਉਹ ਪਾਈ ਜਾਂਦੀ ਆ, ਅਸੀਂ ਅਜੇ ਸ਼ੋਰ ਨਹੀਂ ਆ। ਸੋ ਇਹ ਚੀਜ਼ ਵੀ ਹਜੇ ਟਾਈਮ ਲੱਗੂਗਾ ਕਿ ਆਪਾਂ ਇਹਨੂੰ ਸਮਝਣ ਨੂੰ ਵੀ, ਜਿੱਦਾਂ ਬਹੁਤ ਹੋਰ ਚੀਜ਼ਾਂ ਕਰੋਨਾ ਵਾਇਰਸ ਦੇ ਉੱਪਰ। ਚਲੋ ਕਾਫੀ ਟਾਈਮ ਹੋ ਗਿਆ, ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਮੁੜਦੇ ਹਾਂ ਫਿਰ ਬ੍ਰੇਕ ਤੋਂ ਬਾਅਦ। ਥੈਂਕ ਯੂ। Welcome back. Thank you. So break ਤੋਂ ਬਾਅਦ I just want ਮੈਂ ਇੱਕ ਵਾਰੀ ਫਿਰ ਦੱਸਦਾ ਕਿ ਜਿਹੜੇ ਸਾਡੇ ਹਾਈਪਰਟੈਂਸਿਵ ਜਾਂ ਡਾਇਬੈਟਿਕ ਪੇਸ਼ੈਂਟ ਨੇ, ਪਲੀਜ਼ ਤੁਸੀਂ ਡਰੋ ਨਾ, ਕਿਉਂਕਿ ਉਮਰ ਦੇ ਹਿਸਾਬ ਨਾਲ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੈ। ਆਲਮੋਸਟ ਪ੍ਰੋਬਬਲੀ 50% ਅਮਰੀਕਨ ਪਾਪੂਲੇਸ਼ਨ ਨੂੰ ਹਾਈਪਰਟੈਂਸ਼ਨ ਦੀ ਪ੍ਰੋਬਲਮ ਆਪਣੀ ਕੁਛ ਉਮਰ ਤੋਂ ਬਾਅਦ ਹੋ ਜਾਂਦੀ ਆ। ਬਸ ਚੜ੍ਹਦੀ ਕਲਾ 'ਚ ਰਹੋ, ਦਵਾਈ ਜ਼ਰੂਰ ਲਓ। ਬਾਕੀ ਕਿਉਂਕਿ ਜਦੋਂ ਆਪਾਂ ਜ਼ਿਆਦਾ ਸੋਚਦੇ ਹਾਂ, ਜਦੋਂ ਆਪਾਂ ਐਂਗਜ਼ਾਈਟੀ ਲੈਂਦੇ ਹਾਂ, ਉਹਦਾ ਆਪਣਾ ਇਮਿਊਨ ਸਿਸਟਮ ਆਪਣੇ ਆਪ ਡਾਊਨ ਹੋ ਜਾਂਦਾ। ਸੋ ਇੱਕ ਬਹੁਤ ਵੱਡੀ ਚੀਜ਼, ਜਿਹੜੀ ਚੀਜ਼ ਆਪਣਾ ਨੂੰ ਲੜਾਈ ਕਰਾਉਂਦੀ ਆ ਜਾਂ ਲੜਾਈ ਦੇ ਮੈਦਾਨ 'ਚ ਤਕੜੇ ਰੱਖਦੀ ਆ, ਉਹ ਆਪਣਾ ਦਿਲ ਅਤੇ ਦਿਮਾਗ। ਸੋ ਜ਼ਰੂਰ ਆਪਣੇ ਦਿਮਾਗ ਨੂੰ ਟ੍ਰੇਨ ਕਰੋ ਇਸ ਤਰ੍ਹਾਂ ਕਿ ਉਹ ਚੜ੍ਹਦੀ ਕਲਾ ਵਿੱਚ ਰਹੇ। ਬਾਕੀ ਅਗਲੇ ਵਿਸ਼ੇ 'ਤੇ ਚੱਲਦੇ ਹਾਂ। ਉਹ ਇਹ ਆ ਕਿ ਕੋਈ ਵੀ ਚੈਨਲ ਤੁਸੀਂ ਵੇਖ ਲਓ ਇਸ ਵੇਲੇ, ਉਹ ਕੀ ਕਹਿੰਦੇ ਆ, ਇਕੋਨਮੀ ਨੂੰ ਬਚਾਉਣਾ ਅਤੇ ਇੰਨੇ ਲੋਕ ਮਰਦੀ ਹੈ, ਕੋਈ ਨਹੀਂ ਪਲੈਟੂ ਹੋ ਜਾਊਗਾ, 2 ਲੱਖ ਜਦੋਂ ਲੋਕ ਮਰ ਗਏ ਉਦੋਂ ਪਲੈਟੂ ਹੋ ਜਾਊਗਾ, ਇਹ ਵੋ। ਸੋ ਮੈਂ ਤੁਹਾਨੂੰ, ਜੇ ਕੋਈ ਨਿਊਯਾਰਕ ਟਾਈਮਸ ਪੜ੍ਹਦਾ ਵਾ ਅਤੇ ਬਹੁਤ ਸੋਹਣੀ ਇੱਕ ਆਰਟੀਕਲ ਸੀ ਉਹਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਹਰ ਇੱਕ ਕੰਟਰੀ ਦੀ ਕਰਵਜ਼ ਵਿਖਾਈਆਂ ਕਿ ਉਹ ਕਿਤੇ ਪਲੈਟੂ 'ਚ ਹੈਗੀ ਆ। ਐਂਡ ਤੁਸੀਂ ਰੀਅਲਾਈਜ਼ ਕਰੋਗੇ ਕੋਈ ਵੀ ਕੰਟਰੀ, ਲਿਟਰਲੀ ਆਈ ਥਿੰਕ ਚਾਈਨਾ ਐਂਡ ਮੇ ਬੀ ਜਰਮਨੀ were the only 2 countries ਜਿੱਥੇ ਅਜੇ ਤੱਕ ਪਲੈਟੂ ਰੀਚ ਕੀਤਾ, ਅਤੇ ਉਹ ਵੀ ਆਪਾਂ ਨੂੰ ਪਤਾ ਨਹੀਂ ਕਿ ਪਲੈਟੂ ਰਹਿਣਾ ਕਿ ਫਿਰ ਵਾਪਸ ਪੀਕ ਚੱਲ ਜਾਣਾ। ਸੋ ਜਿੱਥੋਂ ਤੱਕ ਸਾਡੀ ਸਿਆਣਪ ਆ ਜਾਂ ਅਸੀਂ ਸੋਚਦੇ ਹਾਂ, ਅਸੀਂ ਤਾਂ ਇਹੋ ਕਹਾਂਗੇ ਕਿ ਪਹਿਲਾਂ ਬੰਦੇ ਬਚਾਓ, ਪਲਾਨ ਬਣਾਓ, ਅਤੇ ਪਲਾਨ ਐਸਾ ਬਣਾਓ ਕਿ ਜਿੱਥੇ ਤੁਹਾਡੇ ਇਨਫ ਟੈਸਟਿੰਗ ਕਿਟਸ ਹੋਣ ਕਿ ਤੁਸੀਂ ਆਪਣੀ ਆਵਾਮ ਨੂੰ ਪ੍ਰੋਪਰਲੀ ਟੈਸਟ ਕਰ ਸਕੋ। ਕਿਉਂਕਿ ਜੇ ਤੁਹਾਡੇ ਆਵਾਮ ਨੂੰ ਇਹੋ ਹੀ ਨਹੀਂ ਪਤਾ ਕਿ ਉਹਨਾਂ ਨੂੰ ਕਰੋਨਾ ਵਾਇਰਸ ਔਰ ਕੋਵਿਡ-19 ਹੈ ਕਿ ਨਹੀਂ ਹੈ, ਅਤੇ ਉਹ ਕਿੱਦਾਂ ਆਪਣੇ ਆਪ ਨੂੰ ਰੋਕਣਗੇ ਕਿ ਮੈਂ ਉਹ ਦੂਜੇ ਨੂੰ ਨਾ ਸਪਰੈਡ ਕਰਦਾ। ਸੋ ਆਈ ਥਿੰਕ ਜੋ ਜਰਮਨੀ ਕਰ ਰਿਹਾ ਇਸ ਵੇਲੇ, ਵੇਅਰ ਦੇ ਆਰ ਲਿਟਰਲੀ ਗੋਇੰਗ ਆਊਟ ਐਂਡ ਟੈਸਟਿੰਗ ਅ ਲੋਟ ਆਫ ਪੀਪਲ, ਬਹੁਤ ਲੋਕਾਂ ਨੂੰ ਟੈਸਟ ਕਰ ਰਹੇ ਨੇ, ਆਈ ਥਿੰਕ ਉਹ ਰਾਈਟ ਸਟ੍ਰੈਟਜੀ ਆ। ਸੋ ਸੇਮ ਥਿੰਗ ਜਿੱਦਾਂ ਕੋਰੀਅਨ ਮਾਡਲ ਸੀ, ਕੋਰੀਅਨ ਮਾਡਲ ਵਿੱਚ ਉਹਨਾਂ ਨੇ ਨਾਟ ਕਿ ਜਿਨ੍ਹਾਂ ਨੂੰ ਸਿੰਪਟਮਸ ਨੇ, ਬਟ ਜਿਹੜਾ ਵੀ ਕੰਟੈਕਟ ਵਿੱਚ ਆਇਆ ਉਹਨਾਂ ਦੇ, ਜਿਨ੍ਹਾਂ ਨੂੰ ਸਿੰਪਟਮਸ ਨੇ, ਉਹਨਾਂ ਨੂੰ ਵੀ ਉਹਨਾਂ ਨੇ ਟੈਸਟ ਕੀਤਾ। ਐਂਡ ਇਹੋ ਹੀ ਤਰ੍ਹਾਂ ਉਹ ਕੋਰੀਆ ਨੇ ਇਹ ਚੀਜ਼ ਨੂੰ ਹੈਂਡਲ ਕੀਤਾ ਸੀ ਬਹੁਤ ਵਧੀਆ ਤਰ੍ਹਾਂ। ਸੋ ਆਈ ਥਿੰਕ ਦੇਰ ਇਜ਼ ਅ ਚਾਈਨੀਜ਼ ਮਾਡਲ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਲੋਕਡਾਊਨ ਕਰਤਾ ਸੀ। ਦੈਨ ਦੇਰ ਇਜ਼ ਅ ਕੋਰੀਅਨ ਮਾਡਲ ਐਂਡ ਆਈ ਥਿੰਕ ਦੇਰ ਇਜ਼ another model which is no plan model, which is probably the American model, ਕਿਉਂਕਿ ਜਦ ਤੱਕ ਹਜੇ ਤਾਂ ਆਪਣੀਆਂ ਸਟੇਟਾਂ ਵੀ ਇੱਕ ਦੂਜੇ ਨਾਲ ਚੱਲਣ ਨਹੀਂ ਦਈਆਂ, ਅਤੇ ਜੇ ਇੱਦਾਂ ਹੀ ਚੱਲਦਾ ਰਿਹਾ, ਆਈ ਥਿੰਕ ਆਪਾਂ ਟਾਈਮ ਲੂਜ਼ ਕਰ ਰਹੇ ਹਾਂ। ਕਿ ਜੇ 41 ਸਟੇਟਸ ਕਹਿ ਵੀ ਦਿੰਦੀਆਂ ਕਿ ਅਸੀਂ ਲੋਕਡਾਊਨ ਕਰਨਾ, ਪਰ ਦੂਜੀਆਂ 9 ਸਟੇਟਾਂ ਨਹੀਂ ਕਰ ਰਹੀਆਂ, ਜਿੱਦਾਂ ਕਿ ਹੋ ਰਿਹਾ ਅਮਰੀਕਾ ਵਿੱਚ, ਦੈਨ ਉਹਨਾਂ ਦੇ ਬੰਦੇ ਆਉਣ ਜਾਣਗੇ ਉਹ ਸਟੇਟਾਂ ਵਿੱਚ, ਦੂਜੀਆਂ ਸਟੇਟਾਂ ਵਿੱਚ, ਐਂਡ they're gonna keep carrying the virus every time they go back and forth. ਅਗੇਨ ਉਹ ਕੋਰੀਆ ਦੀ ਗੱਲ ਆ ਜਾਂਦੀ ਜਿੱਥੇ ਪੇਸ਼ੈਂਟ 31 ਨੇ, 1 ਪੇਸ਼ੈਂਟ ਲਿਟਰਲੀ ਇਨਫੈਕਟਡ 6000 ਲੋਕ। ਸੋ ਜੇ ਆਪਾਂ ਆਪਣੀ ਇਕੋਨਮੀ ਬਚਾਉਣੀ ਆ, ਪਹਿਲਾਂ ਆਪਾਂ ਆਪਣੇ ਲੋਕ ਬਚਾਈਏ,
ਆਪਣੇ ਡਾਕਟਰਸ ਨੂੰ ਇਕੁਇਪ ਕਰੀਏ ਪ੍ਰੋਪਰ ਇਕੁਇਪਮੈਂਟ ਦੇ ਨਾਲ, ਤੇ ਜਿਹੜਾ ਆਪਣੇ ਟੈਸਟਿੰਗਸ ਆ ਲੈਟ ਟਾਈਮ ਦਈਏ ਕਿ ਆਪਣੇ ਜਿਹੜੇ ਸਾਇੰਸਦਾਨ ਆ ਰਿਸਰਚਰਸ ਆ ਉਹ ਪ੍ਰੋਪਰ ਟੈਸਟਿੰਗ ਕਿਟਸ ਬਣਾ ਦੇਣ। ਬਾਕੀ ਮੈਡੀਕੇਸ਼ਨ ਨੂੰ ਬਣਾਉਣ ਦਾ ਵੀ ਟਾਈਮ ਮਿਲ ਜੂਗਾ। ਸੋ ਆਈ ਥਿੰਕ ਰਾਈਟ ਨਾਓ ਆਪਣਾ ਪੂਰਾ ਪੁਸ਼ ਹੋਣਾ ਚਾਹੀਦਾ ਇਸੇ ਚੀਜ਼ ਵੱਲ ਕਿ ਆਪਾਂ ਪਹਿਲਾਂ ਲੋਕ ਬਚਾਈਏ, ਜੇ ਆਪਣੇ ਲੋਕ ਬਚ ਗਏ ਇਕੋਨਮੀ ਆਪਣੇ ਆਪ ਹੀ ਬਚ ਜੂਗੀ। ਸੋ ਆਈ ਥਿੰਕ ਜਿਹੜਾ ਪ੍ਰੋਪੇਗੈਂਡਾ ਚੱਲ ਰਿਹਾ ਟੀਵੀ ਚੈਨਲਸ ਦੇ ਉੱਪਰ ਕਿ ਇਕੋਨਮੀ ਨੇ ਕ੍ਰੈਸ਼ ਕਰ ਜਾਣਾ ਇਹ ਵੋ, ਸੋ ਆਈ ਥਿੰਕ ਅਗੇਨ ਆਪਾਂ ਨੂੰ ਉਹ ਚੀਜ਼ ਨੂੰ ਥੋੜ੍ਹਾ ਜਿਹਾ ਪੁਸ਼ ਵੇ ਕਰਨਾ ਚਾਹੀਦਾ ਕਿ ਸਾਨੂੰ ਇਕੋਨਮੀ ਤੋਂ ਪਹਿਲਾਂ ਆਪਣੀ ਜ਼ਿੰਦਗੀ ਜ਼ਰੂਰੀ ਆ। ਕਿਉਂਕਿ ਠੀਕ ਹੈ ਇਸ ਵੇਲੇ ਟਰੰਪ ਕੋਈ ਡਿਸੀਜਨ ਨਹੀਂ ਮੇਕ ਕਰ ਰਿਹਾ, ਆਮ ਨਾਟ ਸ਼ੋਰ ਕਿਉਂ, ਬਟ ਇਸ ਟਾਈਮ ਤੇ ਲੀਡਰਸ ਦੀ ਲੋੜ ਆ, ਐਸੇ ਲੋਕਾਂ ਦੀ ਲੋੜ ਆ ਜਿਹੜੇ ਕਿਉਂਕਿ ਇਹ ਡਿਸੀਜਨ ਮੇਕ ਕਰਨਾ ਈਜ਼ੀ ਨਹੀਂ ਆ, ਬਟ ਹਿਸਟਰੀ ਯਾਦ ਰੱਖੂਗੀ ਇਹ ਚੀਜ਼ ਜੋ ਆਪਾਂ ਕਰ ਰਹੇ ਆ। ਕਿਉਂਕਿ ਕਲੀਅਰਲੀ ਸਾਇੰਸਦਾਨਾਂ ਨੇ ਕਿਹਾ ਕਿ ਇੱਕੋ ਹੀ ਵੇ ਆ ਇਹਨੂੰ ਡਿਫੀਟ ਕਰਨ ਦਾ, ਉਹ ਆ ਸੋਸ਼ਲ ਡਿਸਟੈਂਸਿੰਗ, ਉਹ ਆ ਆਪਣੇ ਘਰਾਂ 'ਚ ਰਹੋ, ਤੇ ਆਪਾਂ ਉਹੀ ਚੀਜ਼ ਨਹੀਂ ਕਰ ਰਹੇ। ਸੋ ਆਈ ਥਿੰਕ ਅਮਰੀਕਾ ਬਹੁਤ ਹੀ ਜ਼ਿਆਦਾ ਟਾਈਮ ਲੂਜ਼ ਕਰ ਰਿਹਾ ਆ ਬਾਈ ਨਾਟ ਫੋਲੋਇੰਗ ਦ ਨੋਰਮਸ, ਬਾਈ ਨਾਟ ਡੂਇੰਗ ਸੋਸ਼ਲ ਡਿਸਟੈਂਸਿੰਗ ਇਨ ਐਵਰੀ ਸਟੇਟ। ਉਸ ਚੀਜ਼ ਦੀ ਕਾਫੀ ਜ਼ਿਆਦਾ ਲੋੜ ਆ। ਅਗੇਨ ਜਰਮਨੀ ਇਜ਼ ਡੂਇੰਗ ਵੈਲ, ਅਮਰੀਕਾ ਦਾ ਡੈਥ ਰੇਟ ਆਲਮੋਸਟ 2.5% ਆ, ਸਪੇਨ ਫਰਾਂਸ ਬ੍ਰਿਟੇਨ 'ਚ ਆਲਮੋਸਟ 10% ਡੈਥ ਰੇਟ ਆ, ਐਂਡ ਆਈ ਥਿੰਕ ਦੀਜ਼ ਕੰਟਰੀਜ਼ ਨੂੰ ਲਰਨ ਕਰਨਾ ਚਾਹੀਦਾ ਜਰਮਨੀ ਤੋਂ ਐਂਡ ਅਦਰ ਕੰਟਰੀਜ਼ ਦੈਟ ਆਰ ਲਾਈਕ ਕੋਰੀਆ ਜੋ ਵਧੀਆ ਤਰ੍ਹਾਂ ਫਾਈਟ ਦੇ ਰਹੇ ਨੇ ਕਰੋਨਾ ਵਾਇਰਸ ਨੂੰ। ਬਾਕੀ ਅਨਦਰ ਥਿੰਗ ਦੈਟ ਯੂਨਾਈਟਿਡ ਸਟੇਟਸ ਇਜ਼ ਡੂਇੰਗ ਕਿ ਚਲੋ ਡਿਸੀਜਨ ਤੇ ਕੀ ਲੈਣਾ, ਮਾੜਾ ਡਿਸੀਜਨ ਵੀ ਲੈ ਰਹੀ ਆ, ਉਹ ਇਹ ਆ ਕਿ ਜਿੱਦਾਂ ਹੁਣ ਕੰਪਨੀਜ਼ ਆ ਜਿਹੜੀਆਂ ਕੰਪਨੀਜ਼ ਮੈਡੀਕਲ ਇਕੁਇਪਮੈਂਟ ਬਣਾਉਂਦੀਆਂ ਵਾ ਅਬਰੋਡ ਜਾਂ ਹੋਰ ਚੀਜ਼ਾਂ ਅਬਰੋਡ ਬਣਾਉਂਦੀਆਂ ਵਾ, ਉਹਨਾਂ ਨੂੰ ਅਮਰੀਕਾ ਨੇ ਕਹਿ ਦਿੱਤਾ ਕਿ ਬਈ ਤੁਸੀਂ ਸਾਨੂੰ ਹੀ ਦੇਣਾ, ਜਿਹੜੇ ਉਹਨਾਂ ਦੇ ਦੂਜੀਆਂ ਥਾਵਾਂ 'ਤੇ ਫੈਕਟਰੀਆਂ ਉਹਨਾਂ 'ਚ ਵੀ ਜਿਹੜਾ ਸਮਾਨ ਬਣਦਾ ਉਹ ਪਹਿਲਾਂ ਅਮਰੀਕਾ ਨੂੰ ਹੋਣਾ ਚਾਹੀਦਾ। ਸੋ ਠੀਕ ਹੈ ਉਹ ਗੱਲ ਉਹਨਾਂ ਦੀ ਠੀਕ ਹੈ, ਅਮਰੀਕਾ ਆਪਾਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ, ਪਰ ਆਪਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੀਆਂ ਆਪਣੀਆਂ ਦਵਾਈਆਂ ਅਮਰੀਕਾ 'ਚ ਯੂਜ਼ ਹੋ ਰਹੀਆਂ, ਬਹੁਤ ਜ਼ਿਆਦਾ ਦਵਾਈਆਂ ਚਾਈਨਾ ਤੋਂ ਆਉਂਦੀਆਂ, ਬਹੁਤ ਹੀ ਜ਼ਿਆਦਾ ਚੀਜ਼ਾਂ ਦੂਜੇ ਦੇਸ਼ਾਂ ਤੋਂ ਹੋ ਰਹੀਆਂ। ਸੋ ਜੇ ਆਪਾਂ ਫੈਮਿਲੀ ਦੀ ਤਰ੍ਹਾਂ ਨਹੀਂ ਕੰਮ ਕਰਦੇ, ਜੇ ਆਪਾਂ ਇੰਡੀਵਿਜੂਅਲਸ ਦੀ ਤਰ੍ਹਾਂ ਕੰਮ ਕਰਾਂਗੇ, ਦੈਨ ਕੋਈ ਵੀ ਪੋਸੀਬਲ ਵੇ ਨਹੀਂ ਆ ਇਸ ਦੁਨੀਆ ਨੂੰ ਇਸ ਵਾਇਰਸ ਤੋਂ ਨਿਕਲਣ ਦਾ। ਕਿਉਂਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜਦੇ ਹਾਂ ਇਹ ਚੀਜ਼ ਦੇ ਨਾਲ, ਹੋ ਸਕਦਾ ਅੱਜ ਅੱਗ ਉੱਥੇ ਲੱਗੀ ਹੋਵੇ, ਕੱਲ ਉਹੀ ਅੱਗ ਆਪਣੇ ਘਰ ਲੱਗ ਸਕਦੀ ਆ। ਸੋ ਇੱਕ ਗੁੱਡ ਨੇਬਰ ਦੀ ਤਰ੍ਹਾਂ ਆਪਾਂ ਨੂੰ ਇੱਕ ਦੂਜੇ ਦੇ ਨਾਲ ਰਿਲੇਸ਼ਨਸ ਬਣਾਉਣੀਆਂ ਪੈਣਗੀਆਂ, ਆਪਾਂ ਨੂੰ ਇੱਕ ਦੂਜੇ ਦੀ ਸੁਣਨੀ ਪਊਗੀ, ਐਂਡ ਆਈ ਥਿੰਕ ਦੀ ਓਨਲੀ ਵੇ ਕਿ ਆਪਾਂ ਇਹ ਚੀਜ਼ ਨੂੰ ਹਰਾ ਸਕਦੇ ਹਾਂ ਤੇ ਉਹ ਇਹੋ ਹੀ ਆ ਕਿ ਜੇ ਆਪਾਂ ਇੱਕ ਦੂਜੇ ਨਾਲ ਕੰਮ ਕਰੀਏ, ਇੱਕ ਦੂਜੇ ਦੇ ਡਾਕਟਰਸ ਨੂੰ ਪ੍ਰੋਟੈਕਟ ਕਰੀਏ, ਇੱਕ ਦੂਜੇ ਦੀ ਆਵਾਮ ਨੂੰ ਪ੍ਰੋਟੈਕਟ ਕਰੀਏ, ਨਾਟ ਕਿ ਕਿ ਮੇਰੇ ਕੋਲ ਪੈਸਾ ਜ਼ਿਆਦਾ ਤੇ ਮੈਂ ਸਾਰੇ ਕੁਝ ਆਪਣੇ ਇਕੱਠਾ ਕਰ ਲਾਂ। ਸੋ ਆਈ ਥਿੰਕ ਇਸ ਟਾਈਮ ਤੇ ਇਸ ਚੀਜ਼ ਦੀ ਬਹੁਤ ਲੋੜ ਹੈ ਕਿ ਆਪਾਂ ਵੇਖੀਏ ਕਿ ਆਪਣੇ ਰਿਸੋਰਸਿਸ ਆਪਾਂ ਬੈਸਟ ਤਰ੍ਹਾਂ ਕਿੱਦਾਂ ਯੂਜ਼ ਕਰ ਸਕਦੇ ਹਾਂ। ਐਂਡ ਅਨਦਰ ਥਿੰਗ ਜਿਹੜੀ ਮੈਨੂੰ ਬੜਾ ਦੁੱਖ ਹੁੰਦਾ ਸੁਣ ਕੇ ਕਿ ਲੋਕ ਕਹਿੰਦੇ ਆ ਕਿ ਚਾਈਨਾ ਤੋਂ ਆਈ ਹੈ ਜੀ ਵਾਇਰਸ, ਚਾਈਨਾ ਵਾਲਿਆਂ ਨੇ ਬਣਾਈ ਆ, ਕੋਈ ਲੈਬ 'ਚ ਬਣਾਈ ਆ। ਮੈਨੂੰ ਇਹ ਦੱਸੋ ਹਜੇ ਤੱਕ ਤੁਹਾਡੇ ਕੋਲ ਕੋਈ ਵੀ ਐਸਾ ਸਬੂਤ ਹੈ ਕਿ ਇਹ ਚੀਜ਼ ਇੱਕ ਲੈਬ 'ਚੋਂ ਬਣੀ ਆ? ਕਲੀਅਰਲੀ ਵੱਡੇ ਸਾਇੰਸਦਾਨਾਂ ਨੇ ਤੁਹਾਨੂੰ ਕਲੀਅਰਲੀ ਕਹਿ ਦਿੱਤਾ ਕਿ ਨਹੀਂ, ਇਹਦੇ ਤੱਕ ਹਜੇ ਕੋਈ ਵੀ ਐਸਾ ਪ੍ਰੂਫ ਨਹੀਂ ਆ। ਪਰ ਕਿਸੇ ਵੀ ਪ੍ਰੂਫ ਤੋਂ ਬਗੈਰ ਤੁਸੀਂ ਕਿਸੇ ਐਸੇ ਦੇਸ਼ ਨੂੰ ਜਿਨ੍ਹਾਂ ਨੇ ਦੁਨੀਆ ਨੂੰ ਇੰਨਾ ਕੁਛ ਦਿੱਤਾ ਸਾਇੰਸ ਦੇ ਫੀਲਡ ਵਿੱਚ, ਰਿਸਰਚ ਦੇ ਫੀਲਡ ਵਿੱਚ, ਤੁਸੀਂ ਉਹਨਾਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅੱਜ ਦੀ ਘੜੀ 'ਚ ਵੀ ਜੇ ਕੋਈ ਦੇਸ਼ ਜਿਹੜਾ ਸਭ ਤੋਂ ਅੱਗੇ ਆ ਰਿਹਾ ਲੋਕਾਂ ਦੀ ਹੈਲਪ ਕਰਨ ਲਈ, ਉਹ ਆ ਚਾਈਨਾ। ਮੈਡੀਕਲ ਫੀਲਡ ਵਿੱਚ ਜੇ ਰਿਸਰਚ ਨਿਕਲ ਰਹੀ ਚਾਈਨਾ 'ਚੋਂ ਨਿਕਲ ਰਹੀ, ਉਹ ਵੀ COVID-19 ਤੇ। ਸੋ ਆਈ ਥਿੰਕ ਇਹ ਵਾਲੇ ਟਾਈਮ ਤੇ ਚਾਈਨਾ ਨੂੰ ਮਾੜਾ ਵਿਖਾਉਣਾ ਬਹੁਤ ਹੀ ਜ਼ਿਆਦਾ ਨਲਾਇਕੀ ਦਾ ਕੰਮ ਹੋਊਗਾ ਤੇ ਛੋਟੀ ਸੋਚ ਦਾ ਕੰਮ ਹੋਊਗਾ। ਵੇਖੋ ਕਿਉਂਕਿ ਆਪਾਂ ਇੰਡੀਆ ਤੋਂ ਆ, ਸਾਨੂੰ ਪਤਾ ਕਿ ਜਦੋਂ ਕੋਈ ਕਿਸੇ ਨਾਲ ਰੇਸਿਜ਼ਮ ਕਰਦਾ ਜਾਂ ਕਿਸੇ ਦੇ ਧਰਮ ਦੇ ਨਾਂ ਤੇ ਬੋਲਦਾ, ਭਾਵੇਂ ਉਹ ਹੁਣ ਕਈ ਵਾਰੀ ਇਹ ਵੀ ਲੋਕ ਕਹਿੰਦੇ ਆ ਐਂਟਾਈ ਮੁਸਲਿਮ ਵਾਇਰਸ ਹੈ ਜੀ, ਔਰ ਮੁਸਲਿਮ ਵਾਇਰਸ ਹੈ ਕਿਉਂਕਿ ਉਹਨਾਂ ਨੇ ਬਣਾਈ, ਉੱਥੋਂ ਇੱਕ ਰਿਲੀਜੀਅਸ ਥਾਂ ਹੀ ਦਿੱਲੀ ਚੋਂ ਜਿੱਥੋਂ ਨਿਕਲੀ ਆ ਤੇ ਉਹੀ ਉਹਨਾਂ ਨੇ ਸਪਰੈਡ ਕੀਤੀ ਆ। ਸੋ ਆਈ ਥਿੰਕ ਵੇਖੋ ਆਪਾਂ ਨੂੰ ਦੋ ਵਾਰੀ ਸੋਚ ਲੈਣਾ ਚਾਹੀਦਾ। ਇਹ ਜੇ ਅੱਜ ਇਹ ਮੁਸਲਮਾਨਾਂ ਬਾਰੇ ਕਹਿੰਦੇ ਆ ਤੇ ਕੱਲ ਸਿੱਖਾਂ ਬਾਰੇ ਵੀ ਕਹਿ ਸਕਦੇ ਆ, ਕੋਈ ਐਸੇ ਹਿੰਦੂਆਂ ਬਾਰੇ ਵੀ ਕਹਿ ਸਕਦੇ ਆ, ਜੈਨਾਂ ਬਾਰੇ ਵੀ ਕਹਿ ਸਕਦੇ ਆ। ਸੋ ਇਕੱਠੇ ਹੋ ਕੇ ਤੁਰੀਏ, ਡਿਵਾਈਡ ਨਾ ਕਰੀਏ ਓਵਰ ਨੌਨਸੈਂਸ ਇਸ਼ੂਜ਼। ਇਹ ਰੱਬ ਦੀ ਕਰੋਪੀ, ਇੱਕ ਆਪਾਂ ਆਪਣੇ ਇਨਵਾਇਰਨਮੈਂਟ ਦੇ ਨਾਲ ਖਿਲਵਾੜ ਕੀਤਾ,
ਉਸ ਚੀਜ਼ ਕਰਕੇ ਇਹ ਚੀਜ਼ ਆਪਣੇ ਨਾਲ ਹੋਈ ਆ। ਆਪਾਂ ਨੂੰ ਸਮਝ ਲੈਣਾ ਚਾਹੀਦਾ, ਜਿਹੜੇ ਜਰਨੈਲ ਹੁੰਦੇ ਆ ਜਦੋਂ ਲੜਾਈ ਦਾ ਟਾਈਮ ਹੁੰਦਾ ਉਦੋਂ ਪੁਆਇੰਟ ਨਹੀਂ ਕਰਦੇ ਫਿੰਗਰ ਕਿ ਤੂੰ ਕੀਤਾ, ਮੈਂ ਕੀਤਾ, ਉਹਨੇ ਕੀ ਕੀਤਾ। ਜਦੋਂ ਲੜਾਈ ਦਾ ਟਾਈਮ ਹੁੰਦਾ ਉਦੋਂ ਆਪਾਂ ਰਸਤਾ ਲੱਭਦੇ ਆ ਕਿ ਕਿੱਦਾਂ ਆਪਾਂ ਇਹ ਚੀਜ਼ ਦੇ ਨਾਲ ਲੜਨਾ, ਕਿੱਦਾਂ ਆਪਣੇ ਲੋਕਾਂ ਨੂੰ ਇਹ ਚੀਜ਼ ਤੋਂ ਕੱਢਣਾ, ਨਾ ਕਿ ਨੈਗੇਟਿਵਿਟੀ ਫੈਲਾਉਣੀ। ਸੋ ਪਲੀਜ਼ ਜਿਹੜੇ ਲੋਕ ਨੈਗੇਟਿਵਿਟੀ ਫੈਲਾ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਪਲੀਜ਼ ਰਿਸਰਚ ਪੜ੍ਹੋ, ਆਪਣੇ ਡਾਕਟਰਾਂ ਦੀ ਸੁਣੋ, ਐਵੇਂ ਨਾ ਟਰਾਈ ਕਰੋ ਆਪਣੇ ਆਪ ਹੀ ਘਰ ਬੈਠੇ WhatsApp ਤੋਂ ਕੱਢਣ ਦੀ। ਸੇਮ ਥਿੰਗ ਜਿਹੜੀ NRIs ਨਾਲ ਹੋ ਰਹੀ ਆ ਪੰਜਾਬ ਵਿੱਚ, ਕੁਝ ਲੋਕ ਕਹਿ ਰਹੇ ਕਿ NRIs ਨੇ ਲੈ ਕੇ ਆਂਦੀ ਆ ਇਹ ਵਾਇਰਸ। ਓਕੇ, ਠੀਕ ਆ, ਉਹ ਤੇ ਸਾਨੂੰ ਵੀ ਪਤਾ। ਹੁਣ ਜੇ ਚਾਈਨਾ ਚੋਂ ਗਈ, ਕਿਸੇ ਹੋਰ ਦੇਸ਼ 'ਚ ਗਈ, ਫਿਰ ਅਗਲੇ ਦੇਸ਼ 'ਚ ਗਈ, ਉੱਡ ਕੇ ਤੇ ਆ ਨਹੀਂ ਗਈ। ਬਟ ਤੁਸੀਂ ਇਹ ਸੋਚੋ ਕਿ NRI ਨੇ ਹੋਰ ਕਿੰਨਾ ਕੁਝ ਕੀਤਾ, ਰਾਈਟ। ਔਰ ਕਈ ਲੋਕ NRI ਨਹੀਂ, ਉਹ ਕਈ ਤੁਹਾਡੇ ਹੀ ਚਲੋ ਵਿਜ਼ਟਰ ਵੀਜ਼ੇ ਤੇ ਗਿਆ ਹੋਣਗੇ, ਵਾਪਸ ਆ ਗਏ। ਸੋ ਬਾਕੀ ਮੈਂ NRI ਵੀਰਾਂ ਨੂੰ ਦੱਸਦਾ ਕਿਉਂਕਿ ਆਪਣੇ ਟਾਈਮ ਘੱਟ ਰਹਿ ਗਿਆ। ਬਟ ਦੇਖੋ, ਸ਼ੇਰ ਤਾਂ ਮਾਰਾ ਮਾਰ ਕੇ ਤੁਰ ਗਏ, ਗਿੱਦੜ ਕਰਨ ਕਲੋਲਾਂ। ਸੋ ਕੁਛ ਗਿੱਦੜ ਨੇ ਜਿਹੜੇ ਇਹ ਗੱਲਾਂ ਕਰਦੇ ਨੇ, ਕਿਉਂਕਿ ਜਦੋਂ ਆਪਣੇ ਉਹ ਅਮਰੀਕਾ ਆਉਂਦੇ ਆ ਆਪਾਂ ਵੀ ਉਹਨਾਂ ਨੂੰ ਫਿਰ ਛਿੱਤਰ ਮਾਰ ਕੇ ਭਜਾਉਂਦੇ ਆ, ਕਿਉਂਕਿ ਉਹਨਾਂ ਨੇ ਗਲਤ ਕੰਮ ਕੀਤੇ ਹੁੰਦੇ। ਉਹੀ ਲੋਕ ਆ ਜਿਹੜੇ ਹੁਣ ਗਲਤ ਬੋਲਣ ਦੇ ਆ। ਸੋ ਪਲੀਜ਼ ਉਹਨਾਂ ਦਾ ਮਾਈਂਡ ਨਾ ਕਰੋ। ਤੁਹਾਨੂੰ ਲੋਕ ਪੰਜਾਬ 'ਚ ਓਨਾ ਹੀ ਪਿਆਰ ਕਰਦੇ ਆ, ਠੀਕ ਹੈ। ਕੁਝ ਐਸੇ ਪਰਿਵਾਰ ਨੇ ਜਿਹੜੇ ਥੋੜ੍ਹੇ ਡਰਪੋਕੂ ਆ, ਡਰੂ ਆ, ਜਿਹੜੇ ਆਪਣੇ ਪਰਿਵਾਰ ਨੂੰ ਇਸ ਵੇਲੇ ਹਾਰਡ ਟਾਈਮ ਦੇ ਰਹੇ ਨੇ, ਜਿਹੜੇ ਉੱਥੋਂ ਆਏ ਸੀ ਕਿ ਬਈ ਤੁਸੀਂ ਟੈਸਟਿੰਗ ਕਰੋ। ਐਸਾ ਕੇਸ ਮੇਰੇ ਅੱਗੇ ਵੀ ਆਇਆ ਗੁਰਦਾਸਪੁਰ ਤੋਂ। ਮੈਨੂੰ ਵੀ ਬੜਾ ਦੁੱਖ ਹੋਇਆ ਕਿ ਪਰਿਵਾਰ ਆਪਣੇ ਪਰਿਵਾਰ ਨੂੰ ਕਿੱਦਾਂ ਤੰਗ ਕਰ ਰਿਹਾ। ਪੁਲਿਸ ਵੀ ਇੱਥੋਂ ਤੱਕ ਕਿ ਉਹਨਾਂ ਨੇ ਘਰ ਬੁਲਾ ਲਈ ਕਿ ਇਹਨੂੰ ਥੋੜ੍ਹਾ ਜਿਹਾ ਕਰੋ, ਅਤੇ ਪੁਲਿਸ ਵਾਲੇ ਨੇ ਵੀ ਕਿਹਾ ਕਿ ਨਹੀਂ, ਸਾਨੂੰ ਲੋੜ ਨਹੀਂ, ਕਿ ਇਹ ਬੰਦਾ ਠੀਕ ਆ। ਸੋ ਪਲੀਜ਼ ਜ਼ਿਆਦਾ ਵਰੀ ਨਾ ਕਰੋ, ਸਰਬੱਤ ਦਾ ਭਲਾ ਮੰਨੋ। ਕੋਈ ਨਹੀਂ, ਗੱਲਾਂ ਜਿਹੜਾ ਟਾਈਮ ਵੀ ਨਿਕਲ ਜੂਗਾ ਅਤੇ ਆਪਾਂ ਜੋ ਆਪਾਂ ਚੰਗੇ ਕੰਮ ਕਰਦੇ ਉਹ ਕਰਦੇ ਰਹਾਂਗੇ। ਬਾਕੀ ਮੈਂ ਥੈਂਕ ਯੂ ਕਰਨਾ ਚਾਹੁੰਦਾ ਉਹਨਾਂ ਵੀਰਾਂ ਦਾ, ਭੈਣਾਂ ਦਾ, ਜਿਨ੍ਹਾਂ ਦੇ ਮੈਨੂੰ ਫੋਨ ਆਏ ਪਿਛਲੇ ਹਫ਼ਤੇ 'ਚ। ਲਿਟਰਲੀ ਅਸੀਂ ਕਾਲ ਕੀਤਾ ਸੀ ਕਿ ਆਪਣੇ ਪਿੰਡਾਂ ਨੂੰ ਟਰਾਈ ਕਰੋ ਹੈਲਪ ਕਰਨ ਦੀ, ਬਾਈ ਲੰਗਰ ਲਾਉਣ ਦੀ ਜਾਂ ਲੰਗਰ ਵਰਤਾਉਣ ਦੀ। ਸਾਨੂੰ ਓਵਰ 40 ਕਾਲਸ ਆਈਆਂ ਜਿਨ੍ਹਾਂ ਨੇ ਇਹ ਕੰਮ ਆਪਣੇ ਪਿੰਡਾਂ 'ਚ ਕੀਤਾ। ਸੋ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਉਹਨਾਂ ਦਾ। ਅਤੇ ਇੱਦਾਂ ਹੀ ਇਹੋ ਹਫ਼ਤੇ ਆਪਣੇ ਪਿੰਡ ਵਾਲਿਆਂ ਨੂੰ ਚੜ੍ਹਦੀ ਕਲਾ 'ਚ ਰੱਖੋ। ਦਵਾਈਆਂ ਦੀ ਗੱਲ ਜ਼ਰੂਰ ਆਪਣੇ ਪਿੰਡ ਵਾਸੀਆਂ ਨਾਲ ਕਰਦੇ ਰਹਿਣਾ। ਜੇ ਤੁਸੀਂ ਔਰਗਨਾਈਜੇਸ਼ਨਸ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਰਹਿਣਾ। ਅਤੇ ਆਪਾਂ ਨੈਕਸਟ ਵੀਕ ਮਿਲਾਂਗੇ। ਟੌਪਿਕ ਥੋੜ੍ਹਾ ਜਿਹਾ ਡਿਫਰੈਂਟ ਰੱਖਾਂਗੇ, ਥੋੜ੍ਹਾ ਜਿਹਾ ਹਾਰਟ ਡਿਜ਼ੀਜ਼ ਦੇ ਉੱਪਰ ਗੱਲ ਕਰਾਂਗੇ, ਸਪੈਸ਼ਲੀ ਪੇਸ਼ੈਂਟਸ ਜਿਨ੍ਹਾਂ ਨੂੰ ਹਾਰਟ ਡਿਜ਼ੀਜ਼ ਹੈ, ਜਿਹੜੇ ਇਸ ਕਰੋਨਾ ਵਾਇਰਸ ਦੀ ਘੜੀ 'ਚੋਂ ਨਿਕਲਦੇ ਆ। ਸੋ ਥੈਂਕ ਯੂ ਸੋ ਮਚ ਤੁਹਾਡੇ ਟਾਈਮ ਲਈ। ਮਿਲਦੇ ਹਾਂ ਨੈਕਸਟ ਵੀਕ ਵਿਦ ਅਨਦਰ ਐਪੀਸੋਡ। ਸਤਿ ਸ਼੍ਰੀ ਅਕਾਲ।